ਦੁਨੀਆ ਭਰ ਦੇ ਵਿੱਚ ਆਪਣੇ ਨਿਵੇਕਲੇ ਕੰਮਾਂ ਲਈ ਜਾਣੀ ਜਾਂਦੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੁਨੀਆ ਦੀ ਪਹਿਲੀ ਸਿੱਖ ਸੰਸਥਾ ਬਣ ਗਈ ਹੈ, ਜਿਸ ਨੇ ਆਪਣੀ ਸਮੁੱਚੀ ਕਾਰਜਕਾਰਨੀ ਦੀ ਚੋਣ ਦੇ ਵਿੱਚ ਸਾਰੇ ਪ੍ਰਮੁੱਖ ਅਹੁਦੇ ਸਰਬਸੰਮਤੀ ਦੇ ਨਾਲ ਇਸ ਵਾਰ ਮਹਿਲਾਵਾਂ ਨੂੰ ਦਿੱਤੇ ਨੇ। ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਹੋਂਦ ਦੇ ਵਿੱਚ ਆਏ 43 ਸਾਲ ਹੋ ਚੁੱਕੇ ਨੇ। ਇਸ ਸਾਲ ਜਦੋਂ ਕਮੇਟੀ ਦੀ ਚੋਣ ਲਈ ਇਜਲਾਸ ਦਾ ਆਯੋਜਨ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕੀਤਾ ਗਿਆ ਤਾਂ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਇਜਲਾਸ ਦੇ ਵਿੱਚ ਮਤਾ ਲਿਆਂਦਾ ਕਿ ਜਦੋਂ ਘਰਾਂ ਦੀ ਸਮੁੱਚੀ ਜ਼ਿੰਮੇਵਾਰੀ ਮਹਿਲਾਵਾਂ ਨਿਭਾਉਂਦੀਆਂ ਨੇ ਤਾਂ ਗੁਰੂ ਘਰ ਦੀ ਕਿਉਂ ਨਹੀਂ। ਜਿਸ ਦੇ ਇਜਲਾਸ ਦੇ ਵਿੱਚ ਸੰਗਤ ਨੇ ਜੈਕਾਰਿਆਂ ਦੇ ਨਾਲ ਉਕਤ ਮਤੇ ਨੂੰ ਪਾਸ ਕਰ ਦਿੱਤਾ। ਵੇਖੋ ਇਸ ਸੰਬੰਧੀ ਸਾਡੀ ਇਹ ਰਿਪੋਰਟ। ਨਿਊਜ਼ੀਲੈਂਡ ਪੂਰੇ ਵਰਲਡ ਦੇ ਵਿੱਚ ਮੰਨੀ ਪ੍ਰਮੰਨੀ ਕੰਟਰੀ ਹੈ ਜਿੱਥੇ ਔਰਤਾਂ ਨੂੰ ਸਭ ਤੋਂ ਪਹਿਲਾਂ ਵੋਟਾਂ ਦਾ ਅਧਿਕਾਰ ਮਿਲਿਆ ਤੇ ਇਸੇ ਹੀ ਲੀਹ ਤੇ ਚੱਲਦਿਆਂ ਸੁਪਰੀਮ ਸਿੱਖ ਸੁਸਾਇਟੀ ਨੇ ਔਰਤਾਂ ਨੂੰ ਪੂਰੀ ਕਾਰਜਕਾਰੀ ਕਮੇਟੀ ਦੇ ਵਿੱਚ ਮੁੱਖ ਅਹੁਦਿਆਂ ਤੇ ਆਯੋਜਿਤ ਕੀਤਾ ਹੈ ਤੇ ਅੱਜ ਸਾਡੇ ਨਾਲ ਸਾਰੀ ਟੀਮ ਮੌਜੂਦ ਹੈ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਜਿਹੜੇ ਗੁਰੂ ਘਰ ਦੀ ਕਾਰਜਕਾਰੀ ਜਿਨ੍ਹਾਂ ਨੂੰ ਦਿੱਤੀ ਗਈ ਹੈ ਜਸਬੀਰ ਕੌਰ ਜੀ ਜਿਹੜੇ ਕਿ ਪ੍ਰਧਾਨ ਨੇ ਔਰ ਬਾਕੀ ਬੀਬੀਆਂ ਵੀ ਸਾਡੇ ਨਾਲ ਨੇ ਜਿਹੜੇ ਟੌਪ ਦੇ ਅਹੁਦਿਆਂ ਤੇ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੇ ਜਸਬੀਰ ਜੀ ਪਹਿਲਾਂ ਤੇ ਤੁਸੀਂ ਆਪਣੇ ਬਾਰੇ ਦੱਸੋ। ਹਾਂਜੀ, ਮੇਰਾ ਨਾਮ ਹੈਗਾ ਜਸਵੀਰ ਕੌਰ ਜੀ, ਪਿੰਡ ਸਾਡਾ ਸੈਫਲਾਬਾਦ ਤੇ ਮੈਨੂੰ ਇੱਥੇ ਮਤਲਬ ਨਿਊਜ਼ੀਲੈਂਡ ਆਈ ਨੂੰ 24 ਸਾਲ ਹੋ ਗਏ ਜੀ। ਹਾਂਜੀ ਤੇ 17 ਸਾਲ ਹੋ ਗਿਆ ਗੁਰੂ ਘਰ ਬਣਿਆ ਨੂੰ। ਉਦੋਂ ਦੇ ਮਹਾਰਾਜ ਦੀ ਕਿਰਪਾ ਦੇ ਨਾਲ ਮਤਲਬ ਜੁੜੇ ਆ, ਇੱਥੇ ਸੇਵਾ ਕਰਦੇ ਹਾਂ ਜੀ ਜਿੰਨੀ ਕੁ ਮਹਾਰਾਜ ਨੇ ਸਾਨੂੰ ਹਿੰਮਤ ਬਖਸ਼ੀ ਆ। ਤੇ ਤੁਹਾਡਾ ਜਿਹੜਾ ਅਹੁਦਾ ਹੈ ਪ੍ਰਧਾਨ ਦਾ ਅਹੁਦਾ ਹੈ ਤੇ ਤੁਹਾਡੇ ਅਹੁਦੇ ਵਿੱਚ ਤੁਹਾਨੂੰ ਰੋਲ ਕੀ ਸੌਂਪਿਆ ਗਿਆ, ਕੀ ਕੰਮ ਕਰਨੇ ਨੇ ਤੁਸੀਂ? ਹਾਂਜੀ, ਰੋਲ ਜੀ ਮੇਰਾ ਇਹ ਆ ਵੀ ਸਾਨੂੰ ਜਿੱਦਾਂ ਸੇਵਾ ਇਹਨਾਂ ਨੇ ਬਖਸ਼ੀ ਆ, ਇਹਨਾਂ ਨੇ ਸਾਨੂੰ ਜਿਹੜੇ ਇੰਨੇ ਮੈਂਬਰ ਆ 550 ਤੇ ਉਹਨਾਂ ਨੇ ਸਾਨੂੰ ਇਸ ਜਗ੍ਹਾ ਦਿੱਤੀ ਹੈ, ਸਾਨੂੰ ਸਮਝਿਆ ਮਤਲਬ ਸਤਿਕਾਰਯੋਗ। ਤੇ ਅਸੀਂ ਇੱਥੇ ਮਾਰਚ ਦੇ ਵਿੱਚ ਪ੍ਰੋਗਰਾਮ ਹੁੰਦੇ ਬਹੁਤ ਵੱਡੇ, ਦੀਵਾਲੀ ਦਾ ਹੁੰਦਾ ਆ, ਰਾਗੀ ਆਉਂਦੇ ਬਹੁਤ ਵੱਡੇ ਜਿੱਦਾਂ ਇੱਥੇ ਆਉਂਦੇ ਆ ਤੇ ਉਸ ਹਿਸਾਬ ਦੇ ਨਾਲ ਜਿੱਦਾਂ ਵੀ ਅਸੀਂ ਮਤਲਬ ਸਾਨੂੰ ਪਤਾ ਇੱਥੇ ਇੰਨਾ ਟਾਈਮ ਹੋ ਗਿਆ ਮੈਨੂੰ ਆਇਆ ਨੂੰ ਤੇ ਜਿੱਦਾਂ ਵੀ ਮਹਾਰਾਜ ਸਾਨੂੰ ਬਖਸ਼ੂਗਾ ਤੇ ਅਸੀਂ ਜ਼ਰੂਰ ਜੀ। ਹਾਂਜੀ, ਮਹਾਰਾਜ ਸਾਨੂੰ ਤੇ ਸਾਡੇ ਮਿਹਰ ਭਰੇ ਹੱਥ ਰੱਖੇ ਤਾਂ ਹੀ ਅਸੀਂ ਕਰ ਸਕਦੇ ਹਾਂ। ਇਹਨਾਂ ਨੂੰ ਸਕੱਤਰ ਦਾ ਜਿਹੜਾ ਅਹੁਦਾ ਮਿਲਿਆ ਹੈ ਔਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਸਭ ਤੋਂ ਇਹ ਦੱਸੋ ਕਿ ਤੁਹਾਨੂੰ ਮਹਿਸੂਸ ਕਿੱਦਾਂ ਦਾ ਹੋ ਰਿਹਾ, ਪ੍ਰਾਊਡ ਫੀਲ ਕਰ ਰਹੇ ਹੋ? ਹਾਂਜੀ, ਵਧੀਆ ਲੱਗ ਰਿਹਾ ਜੀ। ਤੇ ਪਰਿਵਾਰ ਦੇ ਮੈਂਬਰ ਕੀ ਫੀਲ ਕਰ ਰਹੇ ਨੇ ਕਿ ਵੀ ਸਾਡੀ ਮਦਰ ਸਾਡੀ ਭੈਣ ਹੈ ਨਾ ਵੀ ਇਸ ਅਹੁਦੇ ਤੇ ਪਹੁੰਚੀ ਹੈ? ਬੱਚੇ ਕਾਫੀ ਫੀਲ ਵਧੀਆ ਕਰ ਰਹੇ ਮੈਨੂੰ ਵਧੀਆ ਲੱਗ ਰਿਹਾ ਜਿਹੜਾ ਇਸ ਵਾਰ ਦੇ ਵੀ 17 ਸਾਲ ਹੋ ਗਏ ਘਰ ਬਣੇ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਕਮੇਟੀ ਬਣੀ ਅਸੀਂ ਉਸ ਹਿਸਾਬ ਨਾਲ ਸੇਵਾ ਸਾਰੀ ਕਰਾਂਗੇ। ਸੰਗਤ ਇੱਥੇ ਦੀਵਾਲੀ ਦਾ ਪ੍ਰੋਗਰਾਮ ਕਾਫੀ ਵੱਡੇ ਪੱਧਰ 'ਤੇ ਹੁੰਦਾ ਹੈ। ਬਹੁਤ ਵਧੀਆ ਗੱਲ, ਬਹੁਤ ਹੀ ਪ੍ਰਾਊਡ ਮੂਮੈਂਟ ਹੈ ਕਿ ਔਰਤਾਂ ਨੂੰ ਇਸ ਲੈਵਲ 'ਤੇ ਪਹੁੰਚਾਏਗਾ। ਮੈਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਸੁਪਰੀਮ ਸਿੱਖ ਸੁਸਾਇਟੀ ਆਪਣੇ ਆਪ ਦੇ ਵਿੱਚ ਇੱਕ ਪਹਿਲੀ ਸੁਸਾਇਟੀ ਹੈ, ਪਹਿਲਾ ਟਾਕਾਨੀਨੀ ਦਾ ਗੁਰਦੁਆਰਾ ਹੈ ਜਿੱਥੇ ਔਰਤਾਂ ਨੂੰ ਇੰਨਾ ਮਾਣ ਬਖਸ਼ਿਆ। ਤੇ ਮਨਦੀਪ ਜੀ ਸਾਨੂੰ ਇਹ ਦੱਸੋ ਕਿ ਤੁਹਾਨੂੰ ਕਿਹੜਾ ਅਹੁਦਾ ਮਿਲਿਆ? मैं जी प्रेसिडेंट पिछले साल तो इस बार मैंने कैरी ऑन किया तो कुछ पहले ही होगा ਤੇ ਤੁਹਾਨੂੰ ਡਿਊਟੀ ਜਿਹੜੀਆਂ ਜ਼ਿੰਮੇਵਾਰੀ ਤੁਹਾਨੂੰ ਮਿਲੀਆਂ ਨੇ ਉਹਨਾਂ ਦੇ ਵਿੱਚ ਜ਼ਿੰਮੇਵਾਰੀ जिम्मेवारी तो देखो बहुत बड़ी है। अपने बच्चों माहौल के नाल जोड़न का यूनिवर्सिटी के फैसिलिटी लाइन लेके आए 5 बच्चों के नाल उन्होंने भी सब सहायता करके तो जिम्मेवारी तो बहुत बढ़ गई है। पूरे स्टाफ में देखना कोशिश करते हैं कि स्कूल जो सारा प्रबंध सारा बोर्ड पूरा देखना। ਔਰ ਕੁਲਦੀਪ ਜੀ ਨੂੰ ਤੁਹਾਨੂੰ ਇਹ ਪੁੱਛਦੇ ਆ ਕਿ ਦੇਖੋ ਅਸੀਂ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਾਂ ਹੈ ਨਾ ਅਤੇ ਆਪਣੀ ਵੀ ਜੋਬਸ ਹੁੰਦੀਆਂ ਸਾਡੇ ਕੋਲ ਬਟ ਸੇਮ ਟਾਈਮ ਤੁਹਾਨੂੰ ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਹੈ, ਕਿੱਦਾਂ ਦਾ ਮਹਿਸੂਸ ਹੋ ਰਿਹਾ, ਕਿੰਨਾ ਕੁ ਡਿਟਰਮਿਨ ਫੀਲ ਕਰ ਰਹੇ ਹੋ? तो बहुत बढ़िया मान बाकी मैं इस चीज़ से अपने आप में प्रिपेयर कर रही हूँ कि मैं इस जिम्मेवारी में बहुत जल्दी तरह निभा सका। जो भी उम्मीदें की मेरे को तो मैं उन्होंने करना चाहिए इस तरह ही अपने आप में तैयार कर रही हूँ। ਅਤੇ ਤੁਹਾਡੀ ਫੈਮਿਲੀ ਵੱਲੋਂ ਕੀ ਹੁੰਗਾਰਾ ਮਿਲ ਰਿਹਾ? फैमिली उनको सपोर्ट कर रही है लेकिन काफ़ी सालों तो स्कूल काफ़ी सालों तो फैमिली बना शुरू कर रही है।
ਜੀ ਤੇ ਐਜ਼ ਅ ਸਕੂਲ ਤੁਸੀਂ ਕੀ ਪ੍ਰਮੋਟ ਕਰੋਗੇ ਆਉਣ ਵਾਲੇ ਸਮੇਂ ਵਿੱਚ ਬਿਕੋਜ਼ ਹੁਣ ਤੁਸੀਂ ਇੱਕ ਤਰ੍ਹਾਂ ਦੇ ਨਾਲ ਉੱਪਰ ਆਰਗੇਨਾਈਜ਼ਰ ਲੈਵਲ ਤੇ ਕੰਮ ਕਰੋਗੇ ਤੇ ਕੀ ਪ੍ਰਮੋਟ ਕਰੋਗੇ? ਅਸੀਂ ਚਾਹੁੰਦੇ ਕਿ ਅਸੀਂ ਸਕੂਲ ਦਾ ਪ੍ਰਬੰਧ ਚਾਹੁੰਦੇ ਹਾਂ ਬਸ ਬਹੁਤ ਵਧੀਆ ਚਾਹੀਦਾ ਕਿ ਅਸੀਂ ਹੋਰ ਸਬਜੈਕਟਾਂ ਦੇ ਨਾਲ ਅੱਗੇ ਲੈ ਕੇ ਆਈਏ ਬੱਚਿਆਂ ਨੂੰ ਇੱਕ ਵਧੀਆ ਹੋਰ ਜ਼ੋਰ ਕਰ ਸਕਦੇ ਹਾਂ ਕਿ ਪੰਜਾਬੀ ਸਿਖਾਉਣ ਦੇ ਵਿੱਚ ਅਸੀਂ ਉਹ ਸਾਰਾ ਕੁਛ ਕਰੀਏ ਔਰ ਨਾਲ ਸਪੋਰਟਸ ਦੇ ਵਿੱਚ ਵੀ ਜਾਂ ਲੜਕੀਆਂ ਵਾਸਤੇ ਕੁਛ ਐਕਸਟਰਾ ਕੁਛ ਕਰਾਂਗੇ ਜੀ ਤੇ ਜਿਵੇਂ ਮੈਂ ਕਿਹਾ ਕਿ ਪਹਿਲਾਂ ਹੈ ਨਾ ਆਪਾਂ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਾਂ ਸਾਡੀ ਹੋਰ ਵੀ ਜੋਬ ਹੁੰਦੀ ਹੈ ਬਟ ਸੇਮ ਟਾਈਮ ਇਹ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਦੱਸੋ ਕਿ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਕਿੰਨੇ ਕੁ ਰੈਡੀ ਹੈ? ਹਾਂਜੀ ਕਿ ਪੂਰੀ ਤਰ੍ਹਾਂ ਆਪਣੇ ਵੱਲੋਂ 100% ਰੈਡੀ ਹਾਂ ਕਿ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਥ ਹੋਈ ਕਿ ਇਸ ਵਾਰ ਥੋੜੀ ਇਸ ਤੋਂ ਜ਼ਿਆਦਾ ਵਧੀਆ ਕਰ ਸਕੀਏ ਸੋਸਾਇਟੀ ਨੇ ਸਾਨੂੰ ਇੰਨਾ ਸਪੋਰਟ ਕੀਤਾ ਹੈ ਇੰਨਾ ਭਰੋਸਾ ਕੀਤਾ ਸਾਡੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਕਿ ਅਸੀਂ ਉਹਨਾਂ ਨੂੰ ਬਹੁਤ ਵਧੀਆ ਥੈਂਕ ਯੂ ਸੋਸਾਇਟੀ ਦੇ ਜਿਹਨਾਂ ਦਾ ਸਭ ਤੋਂ ਵੱਡਾ ਸਾਨੂੰ ਫੈਸਿਲਿਟੀ ਯੋਗਦਾਨ ਹੈ ਕਿ 700 ਬੱਚੇ ਨੂੰ ਇੱਥੇ ਆਪਾਂ ਲੈ ਕੇ ਆਉਂਦੇ ਹਾਂ ਉਹਨਾਂ ਨੂੰ ਮਾਵਾਂ ਦੀ ਸਿਖਾਈ ਸਿੱਖਣਾ ਕਲਚਰ ਆਪਣੇ ਨਾਲ ਜੋੜਨਾ ਅਤੇ ਉਹਦੇ ਨਾਲ ਹੀ ਧੰਨਵਾਦ ਹੈ ਸਾਡੇ ਸਾਨੂੰ ਬੋਲਦਾ ਵੀ ਬਹੁਤ ਵਧੀਆ ਸੀ ਪੂਰਾ ਸਕੂਲ ਮੁਕਾਮ ਤੱਕ ਪਹੁੰਚਾਇਆ ਜਿੱਥੇ ਮੇਰਾ ਸਕੂਲ ਠੀਕ ਹੋ ਰਿਹਾ ਮਾਪਿਆਂ ਦਾ ਬੱਚਿਆਂ ਦਾ ਸਾਰਿਆਂ ਦਾ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਸਾਡੇ ਟੀਚਰਸ ਦਾ ਜਿਹੜੇ ਸਾਡੇ ਪਿੱਛੇ ਨੇ ਸੀਨੀਅਰ ਕਲਾਸ ਟੀਚਰਸ ਹੈ ਜੋ ਸਾਰੇ ਆਪਣਾ ਸੈਸ਼ਨ ਕੱਢ ਕੇ ਪੂਰਾ ਸਮਾਜ ਦੇ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਆਪਣੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਥੈਂਕ ਯੂ ਕਿ ਆਸ ਕਰਦੇ ਸਪੋਰਟ ਕਰਦੇ ਰਹਿਣਗੇ ਅਤੇ ਸਾਡੇ ਟੀਚਰ ਵਾਹਿਗੁਰੂ ਜੀ ਅਸੀਂ ਸਕੂਲ ਦੇ ਪ੍ਰਬੰਧ ਨੂੰ ਪਹਿਲਾਂ ਨਾਲੋਂ ਵੀ ਹੋਰ ਅੱਗੇ ਲੈ ਕੇ ਜਾਈਏ ਵਧੀਆ ਕਰਕੇ ਤੁਹਾਨੂੰ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਸਾਡੇ ਨਾਲ ਮੌਜੂਦ ਨੇ ਸਪੋਕਸਪਰਸਨ ਸਰਦਾਰ ਦਲਜੀਤ ਸਿੰਘ ਜੀ ਸੁਪਰੀਮ ਸਿੱਖ ਸੁਸਾਇਟੀ ਤੋਂ ਤੇ ਸਾਨੂੰ ਦੱਸਣਗੇ ਕਿ ਇਹ ਜਿਹੜਾ ਇੰਨਾ ਵੱਡਾ ਆਈਡੀਆ ਹੈ ਜਿਹੜਾ ਸੋਚ ਹੈ ਕਿੱਥੋਂ ਨਿਕਲੀ ਕਿ ਕਾਰਜਕਾਰੀ ਕਮੇਟੀ ਦੇ ਵਿੱਚ ਸਿਰਫ ਔਰਤਾਂ ਜਿਹੜੀਆਂ ਉਹ ਉੱਪਰਲੇ ਲੈਵਲ ਤੇ ਅਹੁਦਿਆਂ ਤੇ ਇਹਨਾਂ ਨੇ ਬਿਠਾਈਆਂ ਨੇ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਐਕਚੁਅਲੀ ਸੁਸਾਇਟੀ ਦੇ 81 ਟਰਸਟੀ 550 ਮੈਂਬਰ ਸੀ ਤੇ ਪਿਛਲੇ ਦਿਨੀ ਟਰਸਟੀਆਂ ਦੀ ਇੱਕ ਮੀਟਿੰਗ ਹੋਈ ਉਸ ਟਾਈਮ ਮੈਂ ਆਪਣੇ ਤੌਰ ਤੇ ਸਾਰੇ ਟਰਸਟੀਆਂ ਨੂੰ ਰਿਕੁਐਸਟ ਕੀਤੀ ਸੀ ਕਿ ਵੀ ਸੰਸਥਾ ਨੂੰ 43 ਈਅਰਸ ਹੋ ਗਏ ਆ 43rd ਆਪਣਾ ਜਿਹੜਾ ਐਤਕੀ ਦੀ ਸਾਲਾਨਾ ਜਨ ਇਜਲਾਸ ਆ ਰਿਹਾ ਤੇ ਇਸ ਵਾਰ ਆਪਾਂ ਕਿਉਂ ਨਹੀਂ ਆਪਣੇ ਕੋਲ 4 ਐਂਟੀਟੀਆਂ ਵਿੱਚ ਸੁਪਰੀਮ ਸਿੱਖ ਸੁਸਾਇਟੀ ਹੋ ਗਈ ਸਕੂਲ ਹੋ ਗਈ ਸਪੋਰਟਸ ਕੰਪਲੈਕਸ ਹੋ ਗਿਆ ਨਾਲ ਦੀ ਨਾਲ ਸਾਡੇ ਕੋਲ ਜਿਹੜਾ ਚਾਈਲਡ ਕੇਅਰ ਆ ਆਪਾਂ ਇਹਨਾਂ 4 ਹੀ ਐਂਟੀਟੀਆਂ ਦੇ ਉੱਪਰ ਐਤਕੀ ਜਿੰਨੇ ਵੀ ਅਹੁਦੇ ਮੇਨ ਆ ਉਹ ਸਾਰੇ ਬੀਬੀਆਂ ਵਾਸਤੇ ਰਿਜ਼ਰਵ ਰੱਖੀਏ ਤੇ ਉਸ ਟਾਈਮ ਤੇ ਸਾਰੇ 81 ਟਰਸਟੀ ਜਿਹੜੇ ਸੀ ਸਾਰਿਆਂ ਨੇ ਉਹਨੂੰ ਸਹਿਮਤੀ ਦਿੱਤੀ ਤੇ ਸਹਿਮਤੀ ਨਹੀਂ ਦਿੱਤੀ ਇਕੱਲੀ ਉਹਨਾਂ ਨੇ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਸੁਝਾਅ ਹੈ ਤੇ ਜਿਸ ਦਿਨ ਫਿਰ ਇਹ ਜਨਰਲ ਇਜਲਾਸ ਸੀ ਉਸ ਦਿਨ ਵੀ ਸੰਗਤ ਨੇ ਮੈਨੂੰ ਐਜ਼ ਏ ਚੇਅਰਪਰਸਨ ਮੈਂ ਸਾਲਾਨਾ ਇਜਲਾਸ ਨੂੰ ਚਲਾ ਰਿਹਾ ਸੀ ਤੇ ਮੈਂ ਉਸ ਟਾਈਮ ਵੀ ਸਾਰਿਆਂ ਨੂੰ ਇਹੀ ਰਿਕੁਐਸਟ ਕੀਤੀ ਸੀ ਕਿ ਆਪਾਂ 550 ਮੈਂਬਰ ਆ ਆਪਾਂ ਕੋਈ ਵੀ ਵੋਟਾਂ ਦੇ ਚੱਕਰ 'ਚ ਨਾ ਪਈਏ 14 ਸਾਲ ਤੋਂ ਇੱਥੇ ਕੋਈ ਵੀ ਇਲੈਕਸ਼ਨ ਜਿਹੜੀ ਆ ਉਹ ਸੰਸਥਾ ਦੀ ਨਹੀਂ ਹੋਈ ਤਾਂ ਕਿਉਂ ਨਾ ਆਪਾਂ ਸਾਰੀਆਂ ਸੰਸਥਾਵਾਂ ਦੇ ਉੱਪਰ ਜਿੰਨੇ ਵੀ ਟੌਪ ਦੀਆਂ ਪੋਸਟਾਂ ਐਤਕੀ ਬੀਬੀਆਂ ਨੂੰ ਦਈਏ ਤਾਂ ਸੰਗਤ ਨੇ ਉਸ ਟਾਈਮ ਤੇ ਫਿਰ ਜਿੰਨੀ ਵੀ ਸੰਗਤ ਸੀ ਉਹਨਾਂ ਨੇ ਸਾਰਿਆਂ ਨੇ ਜਕਾਰਿਆਂ ਦੇ ਨਾਲ ਕਿਹਾ ਕਿ ਬਿਲਕੁਲ ਜਿਹੜਾ ਬੀਬੀਆਂ ਪਰਫੈਕਟਲੀ ਜਦ ਉਹਨਾਂ ਨੇ ਸਕੂਲ ਚਲਾ ਕੇ ਪ੍ਰੂਵ ਕਰ ਦਿੱਤਾ ਪ੍ਰਧਾਨ ਮੰਤਰੀ ਆਏ ਆ ਉਹਨਾਂ ਦੀ ਫੇਰੀ ਤੇ ਸਾਰਾ ਪ੍ਰਬੰਧ ਬੱਚੀਆਂ ਨੇ ਕੀਤਾ ਇਹਨਾਂ ਨੇ ਪ੍ਰੂਵ ਕਰ ਦਿੱਤਾ ਕਿ ਅਸੀਂ ਇਹ ਚਲਾਉਣ ਲਈ ਕਾਬਲ ਆ ਤੇ ਇਹਨਾਂ ਨੂੰ ਮੌਕਾ ਜਿਹੜਾ 2 ਸਾਲ ਦਾ ਅਗਲਾ ਦਿੱਤਾ ਜਾਣਾ ਚਾਹੀਦਾ ਸੋ ਸਰਬਸੰਮਤੀ ਨਾਲ ਸਾਰੇ ਫੈਸਲੇ ਹੋਏ ਸਾਨੂੰ ਵੀ ਇਸ ਚੀਜ਼ ਦਾ ਮਾਣ ਹੈ ਕਿ ਸਾਡੀ ਜਿੰਨੀ ਟੀਮ ਹੈ ਜਿਹੜਾ ਵੀ ਸੁਝਾਅ ਦਈਏ ਉਹਨੂੰ ਮੰਨਦੇ ਆ ਤੇ ਇਸ ਟੀਮ ਦੇ ਉੱਪਰ ਵੀ ਜਿਹੜੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੁਣ ਬੀਬੀਆਂ ਦੀਆਂ ਬਣੀਆਂ ਇਹ ਬੇਸ਼ੱਕ ਸਾਰੀਆਂ ਬੀਬੀਆਂ ਆਈਆਂ ਬਟ ਉਹ ਜਿਵੇਂ ਨਾਲ ਸਾਰਿਆਂ ਨੂੰ ਲੈ ਕੇ ਚੱਲ ਰਹੀਆਂ ਕਿ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਪਹਿਲਾਂ ਸੰਸਥਾ ਚੱਲ ਰਹੀ ਸਾਰੇ ਜਾਣੇ ਸਾਡਾ ਸਹਿਯੋਗ ਦਿਓ ਮੈਂ ਸੋਚਦਾ ਕਿ ਇਹਦੀ ਜਿਹੜੀ ਤਾਕਤ ਹੈ ਅੱਗੇ ਨਾਲੋਂ ਘੱਟੋ ਘੱਟ ਦੁੱਗਣੀ ਜਿਹੜੀ ਹੈ ਸੰਸਥਾ ਦੀ ਹੋਵੇਗੀ ਜੀ। ਔਰ ਦੂਸਰੀ ਗੱਲ ਮੈਂ ਇਹ ਪੁੱਛਣਾ ਚਾਹਾਂਗੀ ਕਿ ਅਫਕੋਰਸ ਪਹਿਲਾਂ ਤਾਂ ਚਾਹੇ ਉਹ ਆਪਣੀਆਂ ਡਿਊਟੀਆਂ ਨਿਭਾ ਰਹੀਆਂ ਸਨ ਬਟ ਅਫਕੋਰਸ ਜਦੋਂ ਉਹਨਾਂ ਨੂੰ ਇਹ ਰੋਲ ਦਿੱਤਾ ਗਿਆ ਥੋੜ੍ਹਾ ਜਿਹਾ ਇੱਕ ਫਰਾਈਟਨਿੰਗ ਜਾਂ ਓਵਰਵੈਲਮਿੰਗ ਵੀ ਹੋ ਸਕਦਾ ਅਤੇ ਬਾਕੀ ਤੁਹਾਡੀ ਜਿਹੜੀ ਪਹਿਲਾਂ ਟੀਮ ਸੀ ਪੁਰਾਣੀ ਟੀਮ ਸੀ ਉਹਦਾ ਕੋਈ ਪਲਾਨ ਹੈ ਕਿ ਉਹ ਵੀ ਨਾਲ ਦੀ ਨਾਲ ਸਪੋਰਟ ਕਰਨਗੇ? ਹਾਂਜੀ ਬਿਲਕੁਲ ਜੀ ਜਿਵੇਂ ਮੈਂ ਦੱਸਿਆ ਕਿ ਜਿਹੜੀ ਪੁਰਾਣੀ ਟੀਮਾਂ ਜਿਹੜੀਆਂ ਸਾਰੀਆਂ ਹੈਗੀਆਂ ਉਹ ਉਵੇਂ ਦੀ ਉਵੇਂ ਸਾਰੇ ਜਣਿਆਂ ਨੂੰ ਇਹ ਕਿਹਾ ਕਿ ਜੇ ਬੀਬੀਆਂ ਸਾਡੇ ਨਾਲ ਸਪੋਰਟ ਇੰਨੇ ਸਾਲ ਲਗਾਤਾਰ ਕਰ ਸਕਦੀਆਂ ਤਾਂ ਆਪਾਂ ਕਿਉਂ ਨਹੀਂ ਸਪੋਰਟ ਕਰ ਸਕਦੇ ਖਾਸ ਤੌਰ ਤੇ ਸਾਡਾ ਜਿਹੜੀ ਸਾਡੀ ਸਿੱਖ ਹਿਸਟਰੀ ਸੀ ਉਹ ਹੀ ਬੀਬੀਆਂ ਨੂੰ ਬਰਾਬਰ ਦੀ ਮਾਨਤਾ ਦਿੰਦੀ ਸੀ ਜਿਹਨੂੰ ਆਪਾਂ 43 ਸਾਲ ਤੋਂ ਨਕਾਰਦੇ ਆ ਰਹੇ ਹਾਂ
ਤੇ ਇਕੱਲਾ ਇੰਨਾ ਹੀ ਨਹੀਂ, ਇਹਨਾਂ ਕੰਟਰੀਆਂ ਦੇ ਵਿੱਚ ਜਦੋਂ ਵੀ ਕਿਤੇ ਜਾਈਦਾ, ਜਦੋਂ ਸੰਸਥਾ ਨੂੰ ਰਿਪਰੈਜ਼ੈਂਟ ਕਰੀਦਾ ਕਿ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਤੇ ਉਹ ਪੁੱਛਦੇ ਮੇਲ ਡੋਮੀਨੈਂਟ ਹੈ, ਕਿਉਂਕਿ ਉੱਥੇ ਬੀਬੀਆਂ ਜਿਹੜੀਆਂ ਉਹ ਘੱਟ ਰਿਪਰੈਜ਼ੈਂਟ ਜਾਂਦੀਆਂ। ਖਾਸ ਤੌਰ ਤੇ ਜਦੋਂ ਸੰਸਥਾ ਨੂੰ ਪਿੱਛੇ ਜਿਹੇ ਵਕਾਰੀ ਅਵਾਰਡ ਮਿਲੇ ਆ ਤਾਂ ਉਹਨਾਂ ਵਿੱਚ ਵੀ ਬੀਬੀਆਂ ਦੀ ਗਿਣਤੀ ਘੱਟ ਸੀ। ਫਿਰ ਇੱਕ ਅਵਾਰਡ ਦੇ ਵਿੱਚ ਮੈਂ ਸਾਰੀ ਕਮੇਟੀ ਨੂੰ ਬੇਨਤੀ ਕੀਤੀ ਕਿ ਅਵਾਰਡ ਮਿਲ ਰਿਹਾ ਸੰਸਥਾ ਨੂੰ, ਕਿਉਂ ਨਹੀਂ ਆਪਾਂ ਸਾਰੀਆਂ ਬੀਬੀਆਂ ਨੂੰ ਭੇਜੀਏ। ਉਹਦੇ 'ਚ ਇਹ 21 ਬੀਬੀਆਂ ਫਿਰ ਅਵਾਰਡ ਲੈਣ ਲਈ ਗਈਆਂ, ਤੇ ਜਦੋਂ ਇਹਨਾਂ ਨੇ ਅਵਾਰਡ ਲਿਆ ਉਸ ਟਾਈਮ ਤੇ ਜਿਵੇਂ ਉਹ ਵਾਈਡਰ ਮੈਸੇਜ ਗਿਆ, ਉਹਦੇ ਤੋਂ ਬਾਅਦ ਸਾਰੇ ਮੈਂਬਰ ਇਨਕਰਜ ਹੋਏ ਕਿ ਆਪਾਂ ਨੂੰ ਵਾਕਿਆ ਹੀ ਜਿਹੜਾ ਆ ਵੀ ਆਪਾਂ ਕਈ ਵਾਰ ਸੋਚਦੇ ਕਿ ਇਹ ਸ਼ਾਇਦ ਏਡੀ ਤਕੜੀ ਸੰਸਥਾ ਨੂੰ ਚਲਾ ਨਹੀਂ ਸਕਣਗੇ, ਪਰ ਨਹੀਂ, ਆਪਾਂ ਇਹ ਆਪਣੀ ਸੋਚ ਗਲਤ ਸੀ। ਇਹ ਬੀਬੀਆਂ ਹੁਣ ਜਿਹੜੀਆਂ ਇਸ ਕੰਟਰੀ ਵਿੱਚ ਰਹਿ ਕੇ ਸਾਡੇ ਬੱਚੇ ਵੀ ਬੀਬੀਆਂ ਵੀ ਸਾਰੇ ਜਿਹੜੇ ਉਹ ਇੰਨਾ ਕੁ ਜਾਣਦੇ ਨਹੀਂ ਆ। ਇਹ ਬੇਸ਼ੱਕ ਸਾਰੀਆਂ ਬੀਬੀਆਂ ਆਈਆਂ, ਬਟ ਉਹ ਜਿਵੇਂ ਨਾਲ ਸਾਰਿਆਂ ਨੂੰ ਲੈ ਕੇ ਚੱਲ ਰਹੀਆਂ ਕਿ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਪਹਿਲਾਂ ਸੰਸਥਾ ਚੱਲ ਰਹੀ ਸਾਰੇ ਜਾਣੇ ਸਾਡਾ ਸਹਿਯੋਗ ਦਿਓ। ਮੈਂ ਸੋਚਦਾ ਕਿ ਇਹਦੀ ਜਿਹੜੀ ਤਾਕਤ ਆ ਅੱਗੇ ਨਾਲੋਂ ਘੱਟੋ ਘੱਟ ਦੁੱਗਣੀ ਜਿਹੜੀ ਹੈ ਸੰਸਥਾ ਦੀ ਹੋਵੇਗੀ ਜੀ। ਔਰ ਦੂਸਰੀ ਗੱਲ ਮੈਂ ਇਹ ਪੁੱਛਣਾ ਚਾਹਾਂਗੀ ਕਿ ਆਫ ਕੋਰਸ ਪਹਿਲਾਂ ਤੇ ਚਾਹੇ ਉਹ ਆਪਣੀਆਂ ਡਿਊਟੀਆਂ ਨਿਭਾ ਰਹੀਆਂ ਸਨ, ਬਟ ਆਫ ਕੋਰਸ ਜਦੋਂ ਉਹਨਾਂ ਨੂੰ ਇਹ ਰੋਲ ਦਿੱਤਾ ਗਿਆ ਥੋੜਾ ਜਿਹਾ ਇੱਕ ਫਰਾਈਟਨਿੰਗ ਜਾਂ ਓਵਰਵੈਲਮਿੰਗ ਵੀ ਹੋ ਸਕਦਾ ਹੈ। ਤੇ ਬਾਕੀ ਤੁਹਾਡੀ ਜਿਹੜੀ ਪਹਿਲਾਂ ਟੀਮ ਸੀ, ਪੁਰਾਣੀ ਟੀਮ ਸੀ, ਉਹਦਾ ਕੋਈ ਪਲਾਨ ਹੈ ਕਿ ਉਹ ਵੀ ਨਾਲ ਦੀ ਨਾਲ ਸਪੋਰਟ ਕਰਨਗੇ? ਹਾਂਜੀ ਬਿਲਕੁਲ ਜੀ, ਜਿਵੇਂ ਮੈਂ ਦੱਸਿਆ ਕਿ ਜਿਹੜੀ ਪੁਰਾਣੀ ਟੀਮਾਂ ਜਿਹੜੀਆਂ ਸਾਰੀਆਂ ਹੈਗੀਆਂ ਉਹ ਉਵੇਂ ਦੀ ਉਵੇਂ ਸਾਰੇ ਜਣਿਆਂ ਨੂੰ ਇਹ ਕਿਹਾ ਕਿ ਜੇ ਬੀਬੀਆਂ ਸਾਡੇ ਨਾਲ ਸਪੋਰਟ ਇੰਨੇ ਸਾਲ ਲਗਾਤਾਰ ਕਰ ਸਕਦੀਆਂ ਤਾਂ ਆਪਾਂ ਕਿਉਂ ਨਹੀਂ ਸਪੋਰਟ ਕਰ ਸਕਦੇ। ਖਾਸ ਤੌਰ ਤੇ ਸਾਡਾ ਜਿਹੜੀ ਸਾਡੀ ਸਿੱਖ ਹਿਸਟਰੀ ਸੀ ਉਹ ਹੀ ਬੀਬੀਆਂ ਨੂੰ ਬਰਾਬਰ ਦੀ ਮਾਨਤਾ ਦਿੰਦੀ ਸੀ, ਜਿਹਨੂੰ ਆਪਾਂ 43 ਸਾਲ ਤੋਂ ਨਕਾਰਦੇ ਆ ਰਹੇ ਹਾਂ। ਤੇ ਇਕੱਲਾ ਇੰਨਾ ਹੀ ਨਹੀਂ, ਇਹਨਾਂ ਕੰਟਰੀਆਂ ਦੇ ਵਿੱਚ ਜਦੋਂ ਵੀ ਕਿਤੇ ਜਾਈਦਾ, ਜਦੋਂ ਸੰਸਥਾ ਨੂੰ ਰਿਪਰੈਜ਼ੈਂਟ ਕਰੀਦਾ ਕਿ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਤੇ ਉਹ ਪੁੱਛਦੇ ਮੇਲ ਡੋਮੀਨੈਂਟ ਹੈ, ਕਿਉਂਕਿ ਉੱਥੇ ਬੀਬੀਆਂ ਜਿਹੜੀਆਂ ਉਹ ਘੱਟ ਰਿਪਰੈਜ਼ੈਂਟ ਜਾਂਦੀਆਂ। ਖਾਸ ਤੌਰ ਤੇ ਜਦੋਂ ਸੰਸਥਾ ਨੂੰ ਪਿੱਛੇ ਜਿਹੇ ਵਕਾਰੀ ਅਵਾਰਡ ਮਿਲੇ ਆ ਤਾਂ ਉਹਨਾਂ ਵਿੱਚ ਵੀ ਬੀਬੀਆਂ ਦੀ ਗਿਣਤੀ ਘੱਟ ਸੀ। ਫਿਰ ਇੱਕ ਅਵਾਰਡ ਦੇ ਵਿੱਚ ਮੈਂ ਸਾਰੀ ਕਮੇਟੀ ਨੂੰ ਬੇਨਤੀ ਕੀਤੀ ਕਿ ਅਵਾਰਡ ਮਿਲ ਰਿਹਾ ਸੰਸਥਾ ਨੂੰ, ਕਿਉਂ ਨਹੀਂ ਆਪਾਂ ਸਾਰੀਆਂ ਬੀਬੀਆਂ ਨੂੰ ਭੇਜੀਏ। ਉਹਦੇ 'ਚ ਇਹ 21 ਬੀਬੀਆਂ ਫਿਰ ਅਵਾਰਡ ਲੈਣ ਲਈ ਗਈਆਂ, ਤੇ ਜਦੋਂ ਇਹਨਾਂ ਨੇ ਅਵਾਰਡ ਲਿਆ ਉਸ ਟਾਈਮ ਤੇ ਜਿਵੇਂ ਉਹ ਵਾਈਡਰ ਮੈਸੇਜ ਗਿਆ, ਉਹਦੇ ਤੋਂ ਬਾਅਦ ਸਾਰੇ ਮੈਂਬਰ ਇਨਕਰਜ ਹੋਏ ਕਿ ਆਪਾਂ ਨੂੰ ਵਾਕਿਆ ਹੀ ਜਿਹੜਾ ਆ ਵੀ ਆਪਾਂ ਕਈ ਵਾਰ ਸੋਚਦੇ ਕਿ ਇਹ ਸ਼ਾਇਦ ਏਡੀ ਤਕੜੀ ਸੰਸਥਾ ਨੂੰ ਚਲਾ ਨਹੀਂ ਸਕਣਗੇ, ਪਰ ਨਹੀਂ, ਆਪਾਂ ਇਹ ਆਪਣੀ ਸੋਚ ਗਲਤ ਸੀ। ਇਹ ਬੀਬੀਆਂ ਹੁਣ ਜਿਹੜੀਆਂ ਇਸ ਕੰਟਰੀ ਵਿੱਚ ਰਹਿ ਕੇ ਸਾਡੇ ਬੱਚੇ ਵੀ ਬੀਬੀਆਂ ਵੀ ਸਾਰੇ ਜਿਹੜੇ ਉਹ ਇੰਨਾ ਕੁ ਜਾਣਦੇ ਆ, ਉਹਨਾਂ ਦੇ ਫਰਜ਼ ਵੀ, ਉਹਨਾਂ ਦੇ ਰਾਈਟਸ ਵੀ, ਉਹਨਾਂ ਦੇ ਕੰਟਰੀ 'ਚ ਇਹੋ ਜਿਹੇ ਜਿਹੜੇ ਕਾਨੂੰਨ ਜਾਂ ਜਿਹੜੀਆਂ ਸੰਸਥਾ ਚਲਾਉਣੀਆਂ ਉਹਨੂੰ ਕਿਵੇਂ ਚਲਾਉਣੀਆਂ। ਸੋ ਉਹ ਚੀਜ਼ਾਂ ਨੂੰ ਦੇਖ ਕੇ ਸਾਰੇ ਜਿਹੜੇ ਆ ਉਹ ਫੈਸਲੇ ਹੋਏ। ਅਸੀਂ ਜਿਸ ਦਿਨ ਪ੍ਰਧਾਨ ਦਾ ਨਾਮ ਵੀ ਸੁਸਾਇਟੀ ਦਾ ਆਇਆ, ਮੈਂ ਇੱਕ ਨੋਮੀਨੇਸ਼ਨ ਫਾਰਮ ਜਿਹੜਾ ਲੰਗਰ ਦੀਆਂ ਬੀਬੀਆਂ ਨੂੰ ਦਿੱਤਾ ਸੀ ਕਿ ਇਹ ਫਾਰਮ ਦੇ ਉੱਪਰ ਤੁਸੀਂ 25 ਜਾਣਿਆਂ ਨੇ ਨੋਮੀਨੇਟ ਕਰਨਾ ਕਿ ਕਿਸ ਬੀਬੀ ਨੂੰ ਚਾਹੁੰਦੇ ਹੋ, ਤੇ ਅਸੀਂ ਉਹਨਾਂ ਨੂੰ ਓਪਨਲੀ ਉਹਨਾਂ ਤੇ ਛੱਡਿਆ ਸੀ, ਡਿਸਾਈਡ ਤੁਸੀਂ ਕਰਨਾ। ਇਹ ਸਾਡਾ ਡਿਸੀਜਨ ਨਹੀਂ ਕਿ ਪ੍ਰੈਜ਼ੀਡੈਂਟ ਕੌਣ ਬਣੇ, ਤੁਸੀਂ ਡਿਸਾਈਡ ਕਰੋ। ਤੇ ਫਿਰ ਉਹਨਾਂ ਨੇ 25 ਦੀ ਬਜਾਏ 1 ਘੰਟੇ ਦੇ ਵਿੱਚ ਹੀ 27 ਸਾਈਨ ਕਰਵਾ ਕੇ ਮੈਂਬਰਾਂ ਦੇ ਜਿਹੜੇ ਫਾਈਨੈਂਸ਼ੀਅਲ ਮੈਂਬਰ ਆ ਉਹਨਾਂ ਦੇ ਉਹ ਵਾਪਸ ਜਦੋਂ ਲੈ ਕੇ ਆਈਆਂ 27 ਬੀਬੀਆਂ ਦੇ ਸਾਈਨ, ਤਾਂ ਉਹਨਾਂ ਨੇ ਹੀ ਆਪਣੇ ਤੌਰ ਤੇ ਕਿਹਾ ਕਿ ਅਸੀਂ ਇਹਨੂੰ ਪ੍ਰਧਾਨ ਚਾਹੁੰਦੇ ਹਾਂ, ਇਹਨੂੰ ਵਾਈਸ ਪ੍ਰਧਾਨ ਚਾਹੁੰਦੇ ਹਾਂ। ਫਿਰ ਸਾਨੂੰ ਵੀ ਉਸ ਚੀਜ਼ ਦੀ ਖੁਸ਼ੀ ਹੋਈ ਕਿ ਜਿਨ੍ਹਾਂ ਨੇ 15 ਹਾਂਜੀ, ਕਿਉਂਕਿ ਸੰਸਥਾ ਦਾ ਸੰਵਿਧਾਨ ਇਹ ਕਹਿੰਦਾ ਕਿ ਜਿਹਨੇ 3 ਸਾਲ ਲੰਗਰ ਦੇ ਵਿੱਚ ਸੇਵਾ ਕੀਤੀ ਹੋਵੇ ਉਹੀ ਪ੍ਰਧਾਨ ਜਿਹੜਾ ਨੋਮੀਨੇਟ ਕੀਤਾ ਜਾ ਸਕਦਾ। ਤੇ ਇਹਨਾਂ ਦੀ ਤਾਂ ਸੇਵਾ ਜਿਹੜੀ ਆ 15 17 ਸਾਲ ਇੱਕੋ ਕਿਚਨ 'ਚ ਇੱਥੇ ਹੀ ਹੋ ਗਈ ਹੈ। ਸੋ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਮੈਂ ਆਪਣੇ ਆਪ 'ਚ ਫੀਲ ਕਰਦਾ ਕਿ ਪ੍ਰਮਾਤਮਾ ਨੇ ਸਾਡੇ ਕੋਲੋਂ ਕਰਵਾਇਆ, ਪਰ ਇਹ ਸਾਰਾ ਉਹ ਜਿੰਨੀ ਵੀ ਵਡਿਆਈ ਹੈ ਉਹਦੇ ਘਰ ਲਈ ਆ। ਤੇ ਸਾਨੂੰ ਜਿਵੇਂ ਦੁਨੀਆ ਭਰ ਤੋਂ ਮੈਸੇਜ ਆ ਰਿਹਾ ਸਿੱਖਾਂ ਦੇ ਕਿ ਬਹੁਤ ਵਧੀਆ ਫੈਸਲਾ, ਉਹਦੇ ਨਾਲ ਸਗੋਂ ਅਸੀਂ ਵੀ ਇਨਕਰਜ ਹੋਏ ਹਾਂ ਕਿ ਸਾਨੂੰ ਵਾਗਡੋਰ ਜਿਹੜੀ ਆ ਆਉਣ ਵਾਲੇ ਬੱਚਿਆਂ ਦੇ ਹੱਥ 'ਚ, ਬੀਬੀਆਂ ਦੇ ਹੱਥ 'ਚ ਵੀ ਦੇਣੀ ਚਾਹੀਦੀ ਹੈ। ਜੀ, ਬਹੁਤ ਵਧੀਆ ਉਪਰਾਲਾ। ਔਰ ਸੁਪਰੀਮ ਸਿੱਖ ਸੁਸਾਇਟੀ ਰੀਅਲੀ ਜਿਹੜਾ ਇਹਨਾਂ ਨੇ ਸਟੈਪ ਲਿਆ ਉਹਦੇ ਵਾਸਤੇ ਕਮੈਂਡੇਬਲ ਇਹ ਸਟੈਪ ਹੈ। ਥੈਂਕ ਯੂ ਸੋ ਮਚ ਫॉर योर टाइम ਭਾਜੀ। ਥੈਂਕ ਯੂ ਜੀ। ਮੈਂ ਨਾਲ ਹੀ ਦੱਸ ਦਵਾਂ ਕਿ ਫਿਰ ਸਾਰੇ ਜਨਰਲ ਇਜਲਾਸ ਦੇ ਵਿੱਚ ਸਰਬਸੰਮਤੀ ਦੇ ਨਾਲ ਮਤਾ ਜਿਹੜਾ ਸੀ ਪੇਸ਼ ਕੀਤਾ ਕਿ ਤੁਸੀਂ ਐਜ਼ ਏ ਸਪੋਕਸ ਪਰਸਨ ਦੇ ਤੌਰ ਤੇ ਇਹਨਾਂ ਦੇ ਨਾਲ ਲਗਾਤਾਰ 2 ਸਾਲ ਜਿਹੜਾ ਐਵੇਂ ਚੱਲਣਾ। ਸੋ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਪਹਿਲਾਂ ਸੇਵਾ ਕਰਦੇ ਉਹਦੇ ਨਾਲੋਂ ਵੀ ਡਬਲ ਇਹਨਾਂ ਦੇ ਨਾਲ ਜਿਹੜੀ ਉਹ ਕਰਵਾਈਏ ਜੀ। ਜੀ, ਥੈਂਕ ਯੂ ਸੋ ਮਚ। ਵੈਲਕਮ ਜੀ। ਮੇਰੇ ਛੋਟੇ ਹੁੰਦੇ ਤੋਂ ਜੁਆਇਨ ਕਰਨਾ ਸਾਡੇ ਵਾਸਤੇ ਜਦੋਂ ਅਸੀਂ ਪੰਜਾਬੀ ਸਕੂਲ ਤੋਂ ਆ ਕੇ ਵਾਪਸ ਆਏ ਸੀ ਤਾਂ ਅਸੀਂ ਚਾਹੁੰਦੇ ਕਿ ਕੋਈ ਤੋਂ ਸ਼ੁਰੂ ਹੋਣ ਸਾਰੇ ਜਣੇ ਸਾਡੇ ਨਾਲ ਆਉਣ, ਸਾਨੂੰ ਬਹੁਤ ਲਰਨ ਕਰਨ ਅਬਾਊਟ ਕਮਿਊਨਿਟੀ, ਸਾਰੇ ਸਪੋਰਟਸ ਕੰਪਲੈਕਸ ਲਾਈਕ ਜਦੋਂ ਵੀ ਇਵੈਂਟਸ ਹੋਣ ਸਾਨੂੰ ਸਾਰਾ ਇਨਫੋਰਮੇਸ਼ਨ ਤੇ ਡਿਫਰੈਂਸ ਕੀ ਮੇਕ ਕਰਦਾ ਹੈ ਕਿ ਜਦੋਂ ਤੁਸੀਂ ਇੱਕ ਐਜ਼ ਅ ਬੱਚਾ ਜੁਆਇਨ ਕਰਦੇ ਹੋ ਤੇ ਐਜ਼ ਅ ਐਡਲਟ ਜੁਆਇਨ ਕਰਦੇ ਹੋ, ਕੀ ਡਿਫਰੈਂਸ ਤੁਸੀਂ ਫਾਈਂਡ ਕਰਦੇ ਹੋ? I think ਜੇ ਅਸੀਂ ਵੱਡੇ ਹੋ ਕੇ ਲਾਈਕ ਆਣਾ ਬਹੁਤ ਔਖਾ ਜੋੜਨਾ ਲਾਈਕ ਵਾਪਸ ਕਿ ਪੰਜਾਬੀ ਸਕੂਲ ਜਾਂਦੇ ਪਰ ਜੇ ਛੋਟੇ ਹੁੰਦੇ ਤਾਂ ਹੋਗੇ ਲਾਈਕ ਸਾਨੂੰ ਹੋਊਗਾ ਕਿ ਸੈਲਫ ਬਿਲੋਂਗਿੰਗ ਹੈ ਕਿ ਹਮੇਸ਼ਾ ਸਾਡਾ ਕੋਈ ਸਪੋਰਟ ਕਰਨੀ ਲਾਈਕ ਜਿਹੜਾ ਮਰਜ਼ੀ ਹੋ ਲਾਈਕ ਐਡਲਟ everything like there'll always be someone there for you like it sounds daunting at first but like there'll always be someone there for you to support you on your journey. Yeah, very true. Thank you ਜੀ। हाँ जी, जिद्दा चंद्रदीप ने किया कि जिद्दा चंद्रदीप ने किया कि पंजाबी स्कूल बेटे
obviously ਸਾਡੀ ਫੈਮਿਲੀਜ਼ ਵੀ ਜਿਹੜੀਆਂ ਸਾਨੂੰ ਲਗਾਤਾਰ ਲੈ ਕੇ ਆਉਂਦੀਆਂ ਘਰੇ ਜਦੋਂ ਪ੍ਰੋਗਰਾਮਸ ਹੁੰਦੇ ਆ ਜਾਂ ਸਪੈਸ਼ਲ ਇਵੈਂਟਸ ਆਪਾਂ ਅਟੈਂਡ ਕਰੀਦਾ ਆ ਅਤੇ ਸਾਡੀ ਕੋਸ਼ਿਸ਼ ਹੈਗੀ ਹੈ ਕਿ ਜਿੱਦਾਂ ਅਸੀਂ ਜੁੜੇ ਰਹੇ ਹਾਂ ਕਿ ਜਿਹੜੀ ਸਾਡੀ ਨਾਲ ਦੀ ਪੀੜ੍ਹੀ ਆ ਉਹ ਵੀ ਜੁੜ ਕੇ ਰਹਿਣ ਅਤੇ ਆਪਾਂ ਕੋਸ਼ਿਸ਼ ਕਰੂੰਗੇ ਡਿਫਰੈਂਟ ਵੇਜ਼ ਕਿੱਦਾਂ ਆਪਾਂ ਲੈ ਕੇ ਆ ਸਕਦੇ ਹਾਂ ਅਤੇ ਆਪਣੀ ਜਿਹੜੇ ਅਦਰਸ ਨੂੰ ਵੀ ਆਪਾਂ ਕਿੱਦਾਂ ਇਕੱਠੇ ਹੋ ਕੇ ਜਿੱਦਾਂ ਵਧੀਆ ਇਵੈਂਟਸ ਕਰ ਸਕੀਏ ਜੀ ਵੈਰੀ ਨਾਈਸ ਥੈਂਕ ਯੂ ਸੋ ਮਚ ਔਰ ਵਾਕਿਆ ਹੀ ਦੇਖੋ ਜੀ ਘਰਾਂ ਦੇ ਵਿੱਚ ਸਵਾਣੀਆਂ ਜਿਹੜੀਆਂ ਕੰਮ ਕਰਦੀਆਂ ਨੇ ਦੇ ਆਰ ਪਰਫੈਕਟ ਐਜ਼ ਅ ਮਦਰ ਐਜ਼ ਅ ਡਾਟਰ ਹਰ ਔਰਤ ਇੱਕ ਪਰਫੈਕਟ ਹੁੰਦੀ ਹੈ ਉਸੇ ਔਰਤ ਨੂੰ ਬਾਕੀ ਜੇ ਇੱਕ ਔਰਤ ਇੰਨੀ ਜ਼ਿੰਮੇਵਾਰੀ ਦੇ ਨਾਲ ਬਾਕੀ ਕੰਮ ਸੰਭਾਲ ਸਕਦੀ ਹੈ ਤਾਂ ਉਹ ਕਾਰਜਕਾਰੀ ਕਮੇਟੀ ਦੇ ਵਿੱਚ ਵੀ ਪਰਫੈਕਟ ਤਰੀਕੇ ਦੇ ਨਾਲ ਕੰਮ ਸੰਭਾਲ ਸਕਦੀ ਹੈ ਇੱਕ ਬਹੁਤ ਹੀ ਵੱਡਾ ਜਿਹੜਾ ਉਪਰਾਲਾ ਸੁਪਰੀਮ ਸਿੱਖ ਸੁਸਾਇਟੀ ਨੇ ਕੀਤਾ ਇਹਦੇ ਵਾਸਤੇ ਉਹਨਾਂ ਲਈ ਇੱਕ ਬਿਗ ਰਾਊਂਡ ਆਫ ਅਪਲੌਜ਼ ਮੈਂ ਕਹਾਂਗੀ ਉਹਨਾਂ ਨੂੰ ਕਮੈਂਟ ਕਰਾਂਗੀ ਕਿ ਦੈਟਸ ਸੱਚਾ ਇੱਕ ਬਹੁਤ ਹੀ ਵੱਡਾ ਉਹਨਾਂ ਨੇ ਇੱਕ ਐਕਟ ਜਿਹੜਾ ਇਹ ਕੀਤਾ ਹੈ ਅਤੇ ਇਹਦੇ ਵਾਸਤੇ ਉਹ ਵਧਾਈ ਦੇ ਪਾਤਰ ਨੇ ਔਰ ਸਾਡੇ ਸਰੋਤੇ ਜਿਹੜੇ ਸਾਨੂੰ ਪੰਜਾਬ ਵਿੱਚ ਸੁਣ ਰਹੇ ਨੇ ਜਾਂ ਨਿਊਜ਼ੀਲੈਂਡ ਜਾਂ ਕਿਸੇ ਵੀ ਦੇਸ਼ ਵਿੱਚ ਸੁਣ ਰਹੇ ਨੇ ਉਹ ਜ਼ਰੂਰ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨਗੇ ਜਿਸ ਦੇ ਨਾਲ ਹੀ ਮੈਂ ਗਗਨ PTC ਨਿਊਜ਼ ਆਕਲੈਂਡ ਤੋਂ